ਆਪਾਂ ਆਪਣਾ ਇਕਨੋਮਿਕਸ ਦਾ 9th ਚੈਪਟਰ ਜਿਹੜਾ ਸ਼ੁਰੂ ਕਰਨ ਲੱਗੇ ਆ ਸ਼ਾਰਟ ਰਨ ਇਕੁਇਲਿਬਰੀਅਮ ਆਊਟਪੁੱਟ। ਠੀਕ ਆ, ਹਾਂਜੀ ਇੰਟਰੋਡਕਸ਼ਨ ਇੰਨੀ ਦੇਣ ਦੀ ਜ਼ਰੂਰਤ ਨਹੀਂ ਹੈਗੀ। ਮੀਨਿੰਗ ਤੇ ਆ ਜਾਓ। ਮੀਨਿੰਗ ਆਫ ਅਨਇੰਪਲੋਇਮੈਂਟ ਮੀਨਸ ਕਿ ਬੇਰੁਜ਼ਗਾਰੀ ਦਾ ਮਤਲਬ ਕੀ ਆ। ਸੱਚ ਅ ਸਿਚੁਏਸ਼ਨ ਇਨ ਵਿਚ ਆ ਪਰਸਨ ਡਜ਼ ਨਾਟ ਗੈਟ ਇੰਪਲੋਇਮੈਂਟ ਇਜ਼ ਨੋਨ ਐਜ਼ ਅਨਇੰਪਲੋਇਮੈਂਟ। ਮਤਲਬ ਕਿ ਜਦੋਂ ਕੋਈ ਵਿਅਕਤੀ ਕਿਸੇ ਹਾਲਾਤ ਵਿੱਚ ਜਿਹੜਾ ਰੁਜ਼ਗਾਰ ਨਾ ਪ੍ਰਾਪਤ ਕਰ ਸਕੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ, ਅਨਇੰਪਲੋਇਮੈਂਟ। ਅਨਇੰਪਲੋਇਮੈਂਟ ਇਜ਼ ਕਲਾਸੀਫਾਈਡ ਇਨਟੂ ਟੂ ਮੇਨ ਪਾਰਟਸ ਵਿੱਚ ਇੱਕ ਵਲੰਟਰੀ ਅਨਇੰਪਲੋਇਮੈਂਟ ਹੁੰਦੀ ਹੈ। ਸੱਚ ਅ ਸਿਚੁਏਸ਼ਨ ਇਨ ਵਿਚ ਅ ਪਰਸਨ ਇਜ਼ ਨਾਟ ਰੈਡੀ ਟੂ ਵਰਕ ਐਟ ਦਾ ਵੇਜ ਰੇਟ ਪ੍ਰੀਵੇਲਿੰਗ ਇਨ ਦਾ ਮਾਰਕੀਟ ਮੀਨਸ ਕਿ ਅਜਿਹੇ ਹਾਲਾਤ ਵਿੱਚ ਜਦੋਂ ਵਿਅਕਤੀ ਕੰਮ ਕਰਨ ਲਈ ਤਿਆਰ ਨਹੀਂ ਹੁੰਦਾ ਜਿਹੜਾ ਬੇਸ ਰੇਟ ਜਿਹੜਾ ਮਾਰਕੀਟ ਵਿੱਚ ਚੱਲ ਰਿਹਾ ਹੁੰਦਾ ਇਜ਼ ਨੋਨ ਐਜ਼ ਵਲੰਟਰੀ ਅਨਇੰਪਲੋਇਮੈਂਟ ਮੀਨਸ ਕਿ ਕੰਮ ਤਾਂ ਹੁੰਦਾ ਵਾ ਬਟ ਉਹ ਜਿਹੜਾ ਵਿਅਕਤੀ ਉਹ ਕੰਮ ਕਰਨਾ ਨਹੀਂ ਚਾਹੁੰਦਾ ਤਾਂ ਉਹਨੂੰ ਆਪਾਂ ਵਲੰਟਰੀ ਅਨਇੰਪਲੋਇਮੈਂਟ ਕਹਾਂਗੇ। ਇਨ ਦਾ ਸਿਚੁਏਸ਼ਨ ਆਫ ਵਲੰਟਰੀ ਅਨਇੰਪਲੋਇਮੈਂਟ a person is unemployed just because of his own will ਮੀਨਸ ਕਿ ਅਜਿਹੇ ਜਿਹੜੀ ਅਨਵਲੰਟਰੀ ਅਨਇੰਪਲੋਇਮੈਂਟ ਹੁੰਦੀ ਆ ਇਹਦੇ ਵਿੱਚ ਵਿਅਕਤੀ ਆਪਣੀ ਇੱਛਾ ਨਾਲ ਆ ਜਿਹੜਾ ਬੇਰੁਜ਼ਗਾਰ ਰਹਿੰਦਾ ਵਾ। ਸੱਚ ਆ ਪਰਸਨ ਇਜ਼ ਨਾਟ ਰੈਡੀ ਟੂ ਵਰਕ ਈਵਨ ਟਫ ਇੰਪਲੋਇਮੈਂਟ ਓਪਰਚੁਨਿਟੀਜ਼ ਆਰ ਅਵੇਲੇਬਲ ਮੀਨਸ ਕਿ ਚਾਹੇ ਜਿਹੜੇ ਰੁਜ਼ਗਾਰ ਦੇ ਮੌਕੇ ਹੋਣ ਫਿਰ ਵੀ ਉਹ ਜਿਹੜਾ ਵਿਅਕਤੀ ਆ ਉਹ ਕੰਮ ਕਰਨਾ ਨਹੀਂ ਚਾਹੁੰਦਾ। ਫੋਰ ਐਗਜ਼ਾਮਪਲ ਜਿਵੇਂ ਸਪੋਜ਼ ਕੀਤਾ ਵੀ ਸੈਲਰੀ ਆ ਕਲਰਕ ਦੀ 8000 ਪਰ ਮੰਥ ਆ ਬਟ ਆ ਪਰਸਨ ਵਾਂਟਸ ਟੂ ਸੈਲਰੀ 15000 ਪਰ ਮੰਥ ਚਾਹੁੰਦਾ ਵਾ ਮੀਨਸ ਕਿ ਕਲਰਕ ਦੀ ਸੈਲਰੀ 8000 ਉਹਨਾਂ ਨੇ ਨਿਸ਼ਚਿਤ ਕੀਤੀ ਹੋਈ ਹੈ ਬਟ ਉਹ ਪਰਸਨ ਆ ਜਿਹੜਾ ਉਹ 15000 ਪਰ ਮੰਥ ਚਾਹੁੰਦਾ ਵਾ। ਠੀਕ ਆ, ਤਾਂ ਅਜਿਹੇ ਹਾਲਾਤ ਵਿੱਚ ਜਿਹੜਾ ਪਰਸਨ ਆ ਉਹ ਕੀ ਆ ਅਨਇੰਪਲੋਇਡ ਰਹਿ ਜੂਗਾ ਤੇ ਉਹਦੀ ਕੀ ਹੋਊਗੀ ਜਿਹੜੀ ਵਲੰਟਰੀ ਅਨਇੰਪਲੋਇਮੈਂਟ ਹੋਊਗੀ। ਠੀਕ ਆ, ਇਟ ਇਜ਼ ਨਾਟ ਇਨਕਲੂਡਡ ਇਨ ਦਾ ਐਸਟੀਮੇਟ ਆਫ ਅਨਇੰਪਲੋਇਮੈਂਟ ਇਨ ਦਾ ਕੰਟਰੀ ਤਾਂ ਇਹਨੂੰ ਆਪਾਂ ਅਨਇੰਪਲੋਇਮੈਂਟ ਵਿੱਚ ਕਾਊਂਟ ਨਹੀਂ ਕਰਦੇ। ਠੀਕ ਆ, ਕਿਉਂਕਿ ਇਹ ਵਲੰਟਰੀ ਅਨਇੰਪਲੋਇਮੈਂਟ ਹੁੰਦੀ ਆ। ਓਕੇ ਜੀ, ਨੈਕਸਟ ਸਾਡੀ ਆ ਗਈ ਇਨਵਲੰਟਰੀ ਅਨਇੰਪਲੋਇਮੈਂਟ ਮੀਨਸ ਕਿ ਜਿਹੜੀ ਸਵੈ ਇੱਛਾ ਨਹੀਂ ਹੁੰਦੀ। ਠੀਕ ਆ, such a situation in which an able person is ready to work at the wage rate prevailing in the market but he does not get work in known as involuntary unemployment ਮਤਲਬ ਕਿ ਅਜਿਹੇ ਹਾਲਾਤਾਂ ਵਿੱਚ ਜਦੋਂ ਵਿਅਕਤੀ ਜਿਹੜਾ ਏਬਲ ਹੁੰਦਾ ਕੰਮ ਕਰਨ ਲਈ ਤਿਆਰ ਹੁੰਦਾ ਵਾ। ਠੀਕ ਆ, ਜਿਹੜਾ ਵੇਜ ਰੇਟ ਚੱਲ ਰਿਹਾ ਹੁੰਦਾ ਉਹਦੇ ਤੇ ਕੰਮ ਕਰਨ ਲਈ ਤਿਆਰ ਹੁੰਦਾ ਬਟ ਫਿਰ ਵੀ ਉਹਨੂੰ ਕੰਮ ਜਿਹੜਾ ਨਹੀਂ ਮਿਲਦਾ ਉਹ ਕੀ ਹੁੰਦਾ, ਇਨਵਲੰਟਰੀ ਅਨਇੰਪਲੋਇਮੈਂਟ ਹੁੰਦਾ ਵਾ। ਅਜਿਹੇ ਕੇਸ ਵਿੱਚ ਕੀ ਹੁੰਦਾ ਵਾ, ਪੀਪਲ ਆਰ ਅਨਇੰਪਲੋਇਡ ਬਿਕੋਜ਼ ਆਫ ਦਾ ਲੈਕ ਆਫ ਇੰਪਲੋਇਮੈਂਟ ਓਪਰਚੁਨਿਟੀਜ਼ ਐਂਡ ਅਗੇਂਸਟ ਦੇਅਰ ਵਿਸ਼ੇਸ। ਠੀਕ ਆ, ਅਜਿਹੇ ਹਾਲਾਤਾਂ ਵਿੱਚ ਕੀ ਹੁੰਦਾ ਵਾ, ਉਹ ਵਿਅਕਤੀ ਕੰਮ ਕਰਨਾ ਚਾਹੁੰਦੇ ਆ ਬਟ ਜਿਹੜੇ ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਨਹੀਂ ਮਿਲਦੇ। ਫੋਰ ਐਗਜ਼ਾਮਪਲ ਆ ਵੀ ਸਪੋਜ਼ ਕੀਤਾ ਵੀ ਇੱਕ ਸੈਲਰੀ ਜਿਹੜੀ ਕਲਰਕ ਦੀ 8000 ਆ। ਠੀਕ ਆ, ਤੇ ਜਿਹੜਾ ਇੱਕ ਪਰਸਨ ਆ ਉਹ ਸਾਰੀਆਂ ਜਿਹੜੀਆਂ ਐਲੀਜੀਬਿਲਿਟੀਜ਼ ਆ ਕੰਡੀਸ਼ਨ ਉਹ ਪੂਰੀਆਂ ਕਰਦਾ ਵਾ ਕਲਰਕ ਦੀਆਂ ਤੇ 8000 ਜਿਹੜੀ ਪਰ ਮੰਥ ਸੈਲਰੀ ਲੈਣ ਲਈ ਵੀ ਤਿਆਰ ਆ ਬਟ ਉਹਨੂੰ ਜੌਬ ਨਹੀਂ ਮਿਲ ਰਹੀ ਤਾਂ ਇਹਨੂੰ ਆਪਾਂ ਵਲੰਟਰੀ ਜਿਹੜੀ ਅਨਇੰਪਲੋਇਮੈਂਟ ਵਿੱਚ ਕਾਊਂਟ ਕਰਾਂਗੇ। ਨੈਕਸਟ ਸਾਡਾ ਆ ਗਿਆ without removing involuntary unemployment its consequences for any economy are very harmful। ਜੇ ਅਸੀਂ ਮਤਲਬ ਕਿ ਜਿਹੜੀ ਸਾਡੇ ਦੇਸ਼ ਚੋਂ ਇਨਵੋਲੰਟਰੀ ਹੈ ਜਿਹੜੀ ਠੀਕ ਆ ਐਮਪਲੋਇਮੈਂਟ ਨਹੀਂ ਹਟਾਉਂਦੇ ਤਾਂ ਇਹਦੇ ਨਾਲ ਜਿਹੜੇ ਬਹੁਤ ਬੁਰੇ ਪ੍ਰਭਾਵ ਉਹ ਸਾਡੀ ਕੰਟਰੀ ਤੇ ਪੈ ਸਕਦੇ ਆ। ਮੀਨਿੰਗ ਆਫ ਫੁੱਲ ਇੰਪਲੋਇਮੈਂਟ ਮਤਲਬ ਕਿ ਪੂਰਨ ਰੁਜ਼ਗਾਰ ਦਾ ਮਤਲਬ ਕੀ ਆ। such a situation in which all the able persons get work according to their qualifications and wage rate prevailing in the market is known as full employment means ਕਿ ਜਦੋਂ ਸਾਰੇ ਵਿਅਕਤੀ ਜਿਹੜੇ ਕੰਮ ਕਰਨ ਦੇ ਇੱਛੁਕ ਆ ਕੰਮ ਪ੍ਰਾਪਤ ਕਰ ਲੈਂਦੇ ਆਪਣੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਉਤੇ ਵੇਜ ਰੇਟ ਜਿਹੜਾ ਪ੍ਰੀਵੇਲਿੰਗ ਹੁੰਦਾ ਵਾ ਉਹਦੇ ਤੇ ਤਾਂ ਉਹਨੂੰ ਅਸੀਂ ਕੀ ਆ ਫੁੱਲ ਇੰਪਲੋਇਮੈਂਟ ਕਹਿੰਦੇ ਆ। ਇਨ ਕੇਸ ਆਫ ਫੁੱਲ ਇੰਪਲੋਇਮੈਂਟ ਐਗਰੀਗੇਟ ਡਿਮਾਂਡ ਫॉर ਐਗਰੀਗੇਟ ਸਪਲਾਈ ਆਫ ਦਾ ਲੇਬਰਰਸ ਇਨ ਦਾ ਇਕੋਨਮੀ ਆਰ ਇਕੁਅਲ ਮੀਨਸ ਕਿ ਜਿੰਨੀ ਜਿਹੜੀ ਲੇਬਰ ਦੀ ਜ਼ਰੂਰਤ ਹੁੰਦੀ ਹੈ ਡਿਮਾਂਡ ਹੁੰਦੀ ਹੈ ਉਨੀ ਜ਼ਿਆਦਾ ਉਹਦੀ ਸਪਲਾਈ ਹੁੰਦੀ ਹੈ ਮੀਨਸ ਕਿ ਦੋਨੇ ਬਰਾਬਰ ਹੁੰਦੇ ਆ। ਠੀਕ ਆ, according to AP Lerner full employment is a situation in which all those who are able and went to work at the existing wage rate get work without any undue difficulty means ਕਿ full employment ਅਜਿਹੇ ਹਾਲਾਤ ਹੁੰਦੇ ਆ ਜਿਹਦੇ ਵਿੱਚ ਹਰ ਵਿਅਕਤੀ ਜਿਹੜਾ ਰੁਜ਼ਗਾਰ ਪ੍ਰਾਪਤ ਕਰਦਾ ਵਾ ਕੰਮ ਤੇ ਜਾਂਦਾ ਵਾ ਤੇ ਜਿਹੜਾ ਵੇਜ ਰੇਟ ਚੱਲ ਰਿਹਾ ਹੁੰਦਾ ਉਹਦੇ ਤੇ ਵਰਕ ਕਰਦਾ ਵਾ। ਠੀਕ ਆ, ਤੇ ਵਿਦਆਊਟ ਐਨੀ ਅਨਡਿਊ ਡਿਫਿਕਲਟੀ ਮੀਨਸ ਕਿ ਉਹਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ। But many types of unemployment exist in the economy despite the prevalence of full employment। ਠੀਕ ਆ, ਮਤਲਬ ਕਿ ਜੇ ਸਾਡੇ ਦੇਸ਼ 'ਚ ਫੁੱਲ ਇੰਪਲੋਇਮੈਂਟ ਅਸੀਂ ਕਹਿੰਦੇ ਵੀ ਆ ਤਾਂ ਹੈਗੀ ਆ ਤਾਂ ਫਿਰ ਵੀ ਜਿਹੜੀ ਬਹੁਤ ਤਰ੍ਹਾਂ ਦੀ ਜਿਹੜੀ ਅਨਇੰਪਲੋਇਮੈਂਟ ਆ ਉਹ ਐਗਜ਼ਿਸਟ ਹੁੰਦੀ ਆ ਮੌਜੂਦ ਹੁੰਦੀ ਆ। ਦਿਸ ਵਿਊ ਹੈਜ਼ ਬੀਨ ਪ੍ਰਪਾਉਂਡ ਬਾਈ ਅ ਮਾਡਰਨ ਇਕਨੋਮਿਸਟ ਜਿਹੜੇ ਮਾਡਰਨ ਇਕਨੋਮਿਸਟ ਆ ਉਹਨਾਂ ਦੁਆਰਾ ਇਹ ਵਿਊ ਪੁਆਇੰਟ ਦਿੱਤਾ ਗਿਆ ਵਾ। ਅਕੋਰਡਿੰਗਲੀ ਵਨ ਆਫ ਦਾ ਮਾਡਰਨ ਇਕਨੋਮਿਸਟ ਸਪੈਂਸਰ ਹੈਜ਼ ਗਿਵਨ ਦਾ ਫੋਲੋਇੰਗ ਡੈਫੀਨੇਸ਼ਨ ਆਫ ਫੁੱਲ ਇੰਪਲੋਇਮੈਂਟ। ਜਿਹੜਾ ਸਪੈਂਸਰ ਹੈ ਇੱਕ ਮਾਡਰਨ ਇਕਨੋਮਿਕਸ ਦਾ ਉਹਦੇ ਅਕੋਰਡਿੰਗ ਡੈਫੀਨੇਸ਼ਨ ਦਿੱਤੀ ਗਈ ਹੈ ਫੁੱਲ ਇੰਪਲੋਇਮੈਂਟ ਦੀ। ਉਹ ਕੀ ਕਹਿੰਦਾ ਵਾ, full employment is a situation in which everyone who wants to work is working except those who are frictionally and structurally unemployment means ਕਿ full employment situation ਤਾਂ ਹੁੰਦੀ ਆ
ਬਟ ਇਹ ਫਿਰ ਵੀ ਜਿਹੜੇ ਕੁਝ ਵਿਅਕਤੀ ਹੁੰਦੇ ਆ ਫ੍ਰੈਕਸ਼ਨਲੀ ਜਾਂ ਸਟਰਕਚਰਲੀ ਅਨਇੰਪਲੋਇਡ ਹੁੰਦੇ ਆ, ਠੀਕ ਆ। ਹੈਂਸ ਫੁੱਲ ਇੰਪਲੋਇਮੈਂਟ ਡਜ਼ ਨਾਟ ਮੀਨ ਦੈਟ ਆਲ ਦ ਪੀਪਲ ਮਸਟ ਗੈਟ ਇੰਪਲੋਇਮੈਂਟ, ਮੀਨਸ ਕਿ ਜੇ ਅਸੀਂ ਕਹੀਏ ਫੁੱਲ ਇੰਪਲੋਇਮੈਂਟ ਆ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰ ਵਿਅਕਤੀ ਹੈ ਜਿਹੜਾ ਉਹਨੂੰ ਇੰਪਲੋਇਮੈਂਟ ਮਿਲ ਚੁੱਕੀ ਹੈ। ਰੈਦਰ ਦ ਮੀਨਿੰਗ ਆਫ ਫੁੱਲ ਇੰਪਲੋਇਮੈਂਟ ਇਜ਼ ਦੈਟ ਦ ਡਿਮਾਂਡ ਫॉर द ਸਪਲਾਈ ਆਫ ਇੰਪਲੋਇਮੈਂਟ ਅਪਰਚੁਨਿਟੀਜ਼ ਇਨ ਦ ਇਕੋਨਮੀ ਮਸਟ ਇਕੁਅਲ, ਠੀਕ ਆ। ਇਹਦਾ ਮਤਲਬ ਇਹੀ ਕੱਢਿਆ ਜਾ ਸਕਦਾ ਕਿ ਫੁੱਲ ਇੰਪਲੋਇਮੈਂਟ ਉਦੋਂ ਹੁੰਦੀ ਹੈ ਜਦੋਂ ਕਿ ਡਿਮਾਂਡ ਆ ਜਿਹੜੀ, ਠੀਕ ਆ, ਡਿਮਾਂਡ ਆ ਲੇਬਰ ਦੀ ਤੇ ਸਪਲਾਈ ਉਹ ਬਰਾਬਰ ਹੁੰਦੀ ਹੈ, ਠੀਕ ਆ ਜੀ। ਨੈਚੁਰਲ ਰੇਟ ਆਫ ਅਨਇੰਪਲੋਇਮੈਂਟ despite full employment in the economy there may always exist in minimum typical ਜਿਹੜੀ rate of unemployment in the economy which is known as natural rate of unemployment, ਮੀਨਸ ਕਿ ਚਾਹੇ ਸਾਡੇ ਦੇਸ਼ ਵਿੱਚ ਫੁੱਲ ਇੰਪਲੋਇਮੈਂਟ ਰਹਿੰਦੀ ਹੈ, ਇਕੋਨਮੀ 'ਚ ਰਹਿੰਦੀ ਹੈ, ਬਟ ਫਿਰ ਵੀ ਜਿਹੜਾ ਸਾਡਾ ਮਿਨੀਮਮ ਆ ਜਿਹੜਾ ਟਿਪੀਕਲ ਰੇਟ ਆ ਜਿਹੜਾ ਅਨਇੰਪਲੋਇਮੈਂਟ ਦਾ ਉਹ ਵੀ ਕੰਟਰੀ 'ਚ ਐਗਜ਼ਿਸਟ ਕਰਦਾ ਵਾ, ਠੀਕ ਆ, ਜਿਹਨੂੰ ਅਸੀਂ ਨੈਚੁਰਲ ਰੇਟ ਆਫ ਅਨਇੰਪਲੋਇਮੈਂਟ ਕਹਿੰਦੇ ਆ। ਮੈਕਕੋਨਲ ਦੇ ਰੈਫਰਸ ਟੂ ਟਾਈਪ ਆਫ ਅਨਇੰਪਲੋਇਮੈਂਟ ਇਜ਼ ਫੁੱਲ ਇੰਪਲੋਇਮੈਂਟ ਅਨਇੰਪਲੋਇਮੈਂਟ ਰੇਟ, ਮੀਨਸ ਕਿ ਇਹਨੂੰ ਅਸੀਂ ਫੁੱਲ ਇੰਪਲੋਇਮੈਂਟ ਅਨਇੰਪਲੋਇਮੈਂਟ ਰੇਟ ਕਹਿੰਦੇ ਆ। ਕਿਹੜੇ ਕਿਹੜੇ ਕਾਰਨਾਂ ਕਰਕੇ ਹੋ ਸਕਦੀ ਹੈ ਇਹ? ਫ੍ਰੈਕਸ਼ਨਲ ਚੇਂਜ ਐਂਡ ਸਟਰਕਚਰਲ ਚੇਂਜਸ। ਫ੍ਰੈਕਸ਼ਨਲ ਚੇਂਜ ਤੇ ਸਟਰਕਚਰਲ ਚੇਂਜ ਜਿਹੜੀ ਅਸੀਂ ਅੱਗੇ ਪੜਾਂਗੇ ਕੀ ਹੁੰਦੀ ਆ। ਟਾਈਪਸ ਆਫ ਅਨਇੰਪਲੋਇਮੈਂਟ ਐਸੋਸੀਏਟਡ ਵਿਦ ਫੁੱਲ ਇੰਪਲੋਇਮੈਂਟ। ਫ੍ਰੈਕਸ਼ਨਲ ਜਿਹੜੀ ਅਨਇੰਪਲੋਇਮੈਂਟ ਹੁੰਦੀ ਉਹ ਕੀ ਹੁੰਦੀ ਹੈ ਬੱਚੇ? ਰੈਗੂਲਰ ਚੇਂਜਸ ਟੇਕ ਪਲੇਸ ਇਨ ਐਨੀ ਡਾਇਨਾਮਿਕ ਇਕੋਨਮੀ, ਮੀਨਸ ਕਿ ਜਿਹੜੀ ਸਾਡੀ ਇਕੋਨਮੀ ਆ, ਆਰਥਿਕਤਾ ਵਾ, ਉਹਦੇ ਵਿੱਚ ਲਗਾਤਾਰ ਚੇਂਜਸ ਹੁੰਦੀਆਂ। ਲੈਕ ਆਫ ਰॉ ਮਟੀਰੀਅਲ, ਵੀਰ ਐਂਡ ਟੀਅਰ ਆਫ ਮਸ਼ੀਨਸ, ਜਨਰੇਸ਼ਨ ਆਫ ਅਲਟਰਨੇਟਿਵ ਐਮਪਲੋਇਮੈਂਟ ਅਪਰਚੁਨਿਟੀਜ਼ ਐਟਸੈਕਟਰਾ ਸਚ ਚੇਂਜਸ, ਮੀਨਸ ਕਿ ਕਈ ਵਾਰ ਸਾਨੂੰ ਰॉ ਮਟੀਰੀਅਲ ਨਹੀਂ ਮਿਲਦਾ, ਠੀਕ ਆ, ਕਈ ਵਾਰ ਸਾਡੀ ਮਸ਼ੀਨ ਟੁੱਟ ਭੱਜ ਜਾਂਦੀ ਆ, ਜਾਂ ਫਿਰ ਕੀ ਆ ਜਨਰੇਸ਼ਨ ਵਿੱਚ ਚੇਂਜ ਹੋਣ ਨਾਲ ਜਿਹੜੀ ਇੰਪਲੋਇਮੈਂਟ ਅਪਰਚੁਨਿਟੀਜ਼ ਆ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਵਾ। ਅਜਿਹੇ ਹਾਲਾਤਾਂ ਨੂੰ ਅਸੀਂ ਕੀ ਕਹਿੰਦੇ? ਪੀਪਲ ਹੈਵ ਆ ਟੈਂਡੈਂਸੀ ਟੂ ਸ਼ਿਫਟ ਜੌਬਸ ਟੂ ਸੋ ਦੈਟ ਹੈਵ ਏਬਲ ਟੂ ਜੁਆਇਨ ਬੈਟਰ ਇੰਪਲੋਇਮੈਂਟ ਓਪਰਚੁਨਿਟੀ ਦੈਨ ਬਿਫੋਰ, ਠੀਕ ਆ। ਅਜਿਹੇ ਹਾਲਾਤਾਂ ਵਿੱਚ ਵਿਅਕਤੀ ਕੀ ਕਰਦਾ ਵਾ? ਉਹ ਆਪਣੀ ਜੌਬ ਨੂੰ ਸ਼ਿਫਟ ਕਰ ਦਿੰਦਾ, ਮੀਨਸ ਕਿ ਉਹ ਤੋਂ ਵਧੀਆ ਓਪਰਚੁਨਿਟੀ ਜਿਹੜੀ ਲੱਭਦਾ ਵਾ। ਡਿਊਰਿੰਗ ਦਿਸ ਪ੍ਰੋਸੈਸ ਪੀਪਲ ਹੈਵ ਟੂ ਫੇਸ ਅਨਇੰਪਲੋਇਮੈਂਟ ਫॉर ਸਮ ਟਾਈਮ, ਤਾਂ ਕਰਕੇ ਉਹ ਕੁਝ ਸਮੇਂ ਲਈ ਕੀ ਆ ਅਨਇੰਪਲੋਇਡ ਹੋ ਜਾਂਦਾ ਵਾ, ਤਾਂ ਉਹਨੂੰ ਆਪਾਂ ਫ੍ਰੈਕਸ਼ਨਲ ਅਨਇੰਪਲੋਇਮੈਂਟ ਕਵਾਂਗੇ, ਮਤਲਬ ਕਿ ਉਹਨੂੰ ਅਸੀਂ ਥੋੜੇ ਸਮੇਂ ਲਈ ਕੀ ਆ ਅਨਇੰਪਲੋਇਮੈਂਟ ਕਵਾਂਗੇ, ਠੀਕ ਆ। ਨੈਕਸਟ ਸਾਡੀ ਹੈਗੀ ਸਟਰਕਚਰ ਅਨਇੰਪਲੋਇਮੈਂਟ। ਇਕਨੋਮਿਕ ਗਰੋਥ ਇਨ ਦਾ ਕੰਟਰੀ ਲੀਡਸ ਟੂ ਚੇਂਜ ਇਨ ਦਾ ਸਟਰਕਚਰਲ ਕੰਪੋਜੀਸ਼ਨ ਆਫ ਇਕੋਨਮੀ। ਕਾਜ਼ ਜਿਹੜੀਆਂ ਇਕੋਨਮੀਜ਼ ਆ ਬੱਚੇ ਉਹ ਮੋਰ ਇੰਪੋਰਟੈਂਟ ਹੋ ਜਾਂਦੀਆਂ, ਕਾਜ਼ ਜਿਹੜੀਆਂ ਲੈਸ ਇੰਪੋਰਟੈਂਟ ਹੁੰਦੀਆਂ ਵਾ। ਜਿਹੜੀਆਂ ਮੋਰ ਇੰਪੋਰਟੈਂਟ ਜਿਹੜੀਆਂ ਇੰਡਸਟਰੀਜ਼ ਵਿੱਚ ਕੰਮ ਕਰਦੇ ਆ ਉਹ ਉਸੇ ਤਰ੍ਹਾਂ ਜਿਹੜੇ ਕੰਮ ਕਰਦੇ ਰਹਿੰਦੇ ਆ, ਬਟ ਜਿਹੜੇ ਲੈਸ ਜਿਹੜੇ ਉਹ ਰਹਿ ਜਾਂਦੇ ਆ ਬੱਚੇ, ਜਿਹੜੀਆਂ ਇੰਡਸਟਰੀਜ਼ ਨਹੀਂ ਹੁਣ ਇੰਪੋਰਟੈਂਟ ਹੈਗੀਆਂ ਤਾਂ ਉਹਨਾਂ ਵਿੱਚ ਕੰਮ ਕਰਦੇ ਆ, ਉਹ ਕੀ ਆ ਸਟਰਕਚਰਲ ਚੇਂਜ ਕਰਕੇ ਕੀ ਆ ਅਨਇੰਪਲੋਇਡ ਹੋ ਜਾਂਦੇ, ਤਾਂ ਉਹਨੂੰ ਅਸੀਂ ਕੀ ਕਹਾਂਗੇ? ਸਟਰਕਚਰਲ ਅਨਇੰਪਲੋਇਮੈਂਟ। ਬਾਕੀ ਜਿਹੜਾ ਪਾਰਟ ਰਹਿ ਗਿਆ ਬੱਚੇ ਉਹ ਆਪਾਂ ਨੈਕਸਟ ਵੀਡੀਓ ਵਿੱਚ ਕਰਾਂਗੇ। ਓਕੇ ਜੀ।